ਸਤਿ ਸ਼੍ਰੀ ਅਕਾਲ। ਅੱਜ ਦੇ ਲੇਖ ਦਾ ਸਿਰਲੇਖ ਹੈ ਪਲੇਟੋ, ਨਾਨਕ ਸੱਚ ਅਤੇ ਖਾਲਸ ਸਮਾਜ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸਿੱਖ ਸਮਾਜਿਕ ਗਿਆਨ ਅਤੇ ਪਲੇਟੋ ਦੇ ਮਨੋਵਿਗਿਆਨਿਕ ਫਲਸਫੇ ਦੀ ਉਪਜ ਆਈਡੀਅਲ ਸੁਸਾਇਟੀ ਜਾਂ ਆਈਡੀਅਲ ਸਮਾਜ ਦੀ ਸਾਂਝ ਬਾਰੇ। ਜੇਕਰ ਸਿੱਖ ਸਮਾਜਿਕ ਗਿਆਨ ਨੂੰ ਪੱਛਮ ਦੇ ਸੰਦਰਭ 'ਚ ਰੱਖ ਕੇ ਦੇਖਿਆ ਜਾਵੇ ਤਾਂ ਇਹ ਪਲੇਟੋ ਦੇ ਫਲਸਫੇ ਨਾਲ ਮੇਲ ਖਾਂਦੇ ਸਿਧਾਂਤ ਵੀ ਨੇ। ਪਲੇਟੋ ਲਿਖਦਾ ਹੈ ਕਿ ਪਰਫੈਕਟ ਸਟੇਟ ਜਾਂ ਪਰਫੈਕਟ ਸਮਾਜ ਨੂੰ ਸਿਰਜਣ ਲਈ ਸਾਨੂੰ ਰਾਜਨੀਤੀ ਨੂੰ ਸਮਝਣਾ ਪੈਣਾ ਹੈ ਅਤੇ ਰਾਜਨੀਤੀ ਨੂੰ ਸਮਝਣ ਦੇ ਲਈ ਸਾਨੂੰ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੈ। ਉਹ ਲਿਖਦਾ ਹੈ ਕਿ ਲਾਈਕ ਮੈਨ ਲਾਈਕ ਸਟੇਟ ਦੇ ਸੰਦਰਭ ਦੇ ਅੰਦਰ ਅਲੱਗ-ਅਲੱਗ ਸਟੇਟਾਂ ਅਤੇ ਉਹਨਾਂ ਦੀਆਂ ਸਰਕਾਰਾਂ ਦਾ ਨੇਚਰ ਉਹਨਾਂ ਵਿੱਚ ਕੰਮ ਕਰ ਰਹੇ ਵਿਅਕਤੀਆਂ ਦੀ ਵਿਚਾਰਧਾਰਾ ਦਾ ਨਤੀਜਾ ਹੁੰਦਾ ਹੈ। ਸਟੇਟ ਉਸ ਨੂੰ ਅੰਦਰੋਂ ਚਲਾ ਰਹੇ ਲੋਕਾਂ ਦੀ ਬੁੱਧੀ ਅਤੇ ਕਾਬਲੀਅਤ ਉੱਪਰ ਨਿਰਭਰ ਕਰਦੀ ਹੈ। ਉਹ ਕਹਿੰਦਾ ਹੈ ਕਿ ਸਟੇਟ ਉਹੀ ਹੈ ਜੋ ਉਸ ਦੇ ਨਾਗਰਿਕ ਹੁੰਦੇ ਨੇ ਅਤੇ ਜੇਕਰ ਤੁਸੀਂ ਬਿਹਤਰੀਨ ਰਾਜਨੀਤਿਕ ਢਾਂਚੇ ਜਾਂ ਸਰਬ ਸਾਂਝੀਵਾਲਤਾ ਵਾਲੇ ਸਮਾਜ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਧੀਆ ਰਾਜਨੀਤਿਕ ਢਾਂਚੇ ਉਸਾਰਨ ਵਾਲੇ ਮਨੁੱਖ ਪੈਦਾ ਕਰਨੇ ਪੈਣਗੇ ਜਾਂ ਸਰਬ ਸਾਂਝੀਵਾਲਤਾ ਨੂੰ ਪ੍ਰਮਾਣ ਦੇਣ ਵਾਲੇ ਮਨੁੱਖ। ਜਦ ਤੱਕ ਇਹ ਸੰਭਵ ਨਹੀਂ ਹੁੰਦਾ ਤਦ ਤੱਕ ਪਰਫੈਕਟ ਸਟੇਟ ਦਾ ਸੰਕਲਪ ਸੁਪਨਾ ਹੀ ਰਹੇਗਾ। ਸੋ ਸਦੀਆਂ ਤੋਂ ਇਸੇ ਫਲਸਫੇ ਦੇ ਇਰਦ ਗਿਰਦ ਘੁੰਮਦੇ ਅਨੇਕਾਂ ਸੱਭਿਅਤਾਵਾਂ ਨੇ ਵਿਕਸਿਤ ਅਤੇ ਸੱਭਿਅਕ ਮਨੁੱਖ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇੱਕ ਵਿਕਸਿਤ ਅਤੇ ਸੱਭਿਅਕ ਸਮਾਜ ਸਿਰਜਿਆ ਜਾ ਸਕੇ। ਪਰ ਵੱਖ-ਵੱਖ ਸਮੇਂ ਹਰ ਸੱਭਿਅਤਾ ਅੰਦਰੂਨੀ ਮਨੁੱਖੀ ਕਮਜ਼ੋਰੀਆਂ ਦਾ ਸ਼ਿਕਾਰ ਹੋਈ। ਕਿਤੇ ਨਾ ਕਿਤੇ ਕਾਮ, ਕ੍ਰੋਧ ਜਾਂ ਲੋਭ ਵਸ ਆ ਕੇ ਸਮਾਜ ਆਪਣੀਆਂ ਕਦਰਾਂ ਕੀਮਤਾਂ ਤੋਂ ਹਿੱਲ ਜਾਂਦਾ ਹੈ। ਉਸ ਦਾ ਕਾਰਨ ਸਮਾਜ 'ਚ ਸ਼ਾਸਕ ਵਰਗ 'ਚੋਂ ਚੱਲ ਰਹੀ ਵਿਚਾਰਧਾਰਕ ਕਮਜ਼ੋਰੀ ਹੁੰਦਾ ਹੈ। ਅਨੇਕਾਂ ਸਮਾਜ ਇਸ ਦੀ ਭੇਟ ਚੜ੍ਹ ਚੁੱਕੇ ਹਨ ਜੋ ਕਿ ਕਿਸੇ ਵਿਚਾਰਧਾਰਕ ਕਮਜ਼ੋਰੀ ਕਾਰਨ ਸ੍ਰੇਸ਼ਟ ਮਨੁੱਖ ਨਹੀਂ ਬਣਾ ਪਾਉਂਦੇ, ਜਿਸ ਦੇ ਨਤੀਜੇ ਵਜੋਂ ਸ੍ਰੇਸ਼ਟ ਸਮਾਜ ਨਹੀਂ ਬਣ ਪਾਉਂਦੇ। ਮਾਡਰਨ ਸਮੇਂ ਦੀ ਉਦਾਹਰਣ ਹੈ ਰੂਸ ਵਿੱਚ ਕਾਮਰੇਡ ਵਿਚਾਰਧਾਰਾ ਦਾ ਬੁਰੀ ਤਰ੍ਹਾਂ ਫੇਲ ਹੋਣਾ। ਆਪਣੇ ਆਪ ਨੂੰ ਵਿਗਿਆਨਿਕ ਅਤੇ ਨਾਸਤਿਕ ਵਿਚਾਰਧਾਰਾ ਕਹਾਉਣ ਵਾਲੇ ਖੱਬੇ ਪੱਖੀ ਸ਼ਾਸਕ ਮਨੁੱਖ ਦੀਆਂ ਆਤਮਿਕ ਲੋੜਾਂ ਨੂੰ ਨਾ ਸਮਝ ਸਕੇ ਅਤੇ ਜਦ ਆਮ ਜਨਤਾ ਨੇ ਵਿਰੋਧ ਕੀਤਾ ਤਾਂ ਨਤੀਜੇ ਵਿੱਚ ਲੱਖਾਂ ਲੋਕਾਂ ਨੂੰ ਪਦਾਰਥਾਂ ਦੀ ਬਰਾਬਰ ਵੰਡ ਦੇ ਨਾਮ ਹੇਠ ਮਾਰ ਦਿੱਤਾ ਗਿਆ। ਅਜਿਹਾ ਰੂਸ ਸਮੇਤ ਅਨੇਕਾਂ ਦੇਸ਼ਾਂ 'ਚ ਹੋਇਆ। ਕੋਰੇ ਪਦਾਰਥਵਾਦ ਅਤੇ ਭੌਤਿਕਵਾਦ ਨਾਲ ਮਨੁੱਖੀ ਸਮਾਜ ਨਹੀਂ ਵਿਕਸਿਤ ਹੋ ਸਕਦਾ ਹੈ। ਇਸੇ ਕਾਰਨ ਹੋਰ ਕਈ ਵਿਚਾਰਧਾਰਾ ਸਮੇਂ ਦੇ ਵਹਿਣ 'ਚ ਆਪਣਾ ਦਮ ਤੋੜ ਦਿੰਦੀਆਂ ਹਨ। ਕਾਰਨ ਜ਼ਿਆਦਾਤਰ ਚੰਗੇ ਮਨੁੱਖ ਪੈਦਾ ਕਰਨ ਦੀ ਥਾਂ ਚੰਗਾ ਅਰਥਚਾਰਾ ਜਾਂ ਚੰਗਾ ਰਾਸ਼ਟਰਵਾਦ ਪੈਦਾ ਕਰਨ ਦੀ ਹੋੜ ਵਿੱਚ ਹੁੰਦੀਆਂ ਹਨ। ਇਹਨਾਂ ਸਭ ਤੋਂ ਵਿਲੱਖਣ ਅਤੇ ਉੱਤਮ ਵਿਚਾਰਧਾਰਾ ਜਿਸ ਦਾ ਜਨਮ ਉੱਤਰੀ ਭਾਰਤ 'ਚ ਹੁੰਦਾ ਹੈ ਖਾਲਸਾ ਪੰਥ ਦੀ ਹੈ। ਇਹ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਜੋ ਕਿ ਇੱਕ ਅਕਾਲ ਦੇ ਪੁਜਾਰੀਆਂ ਦਾ ਸੰਘ ਬਣਾਉਂਦੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਆਰਥਿਕ ਸੰਤੁਸ਼ਟੀ ਵਾਸਤੇ ਇੱਕ ਅਜਿਹਾ ਫਲਸਫਾ ਘੜਦੇ ਹਨ ਜੋ ਗਰਕ ਰਹੇ ਸਮਾਜ ਨੂੰ ਸੇਧ ਦੇ ਸਕਦਾ ਹੈ। ਉਹਨਾਂ ਨੇ ਕੋਈ ਸਮਾਜ ਪਲਟਾਊ ਜਾਂ ਸੱਤਾ ਪਲਟਾਊ ਲਹਿਰ ਦੀ ਸ਼ੁਰੂਆਤ ਨਹੀਂ ਕੀਤੀ, ਸਗੋਂ ਮਨੁੱਖ ਦੀਆਂ ਨਿੱਜੀ ਨੈਤਿਕ ਕਦਰਾਂ ਕੀਮਤਾਂ ਉੱਪਰ ਕੰਮ ਸ਼ੁਰੂ ਕੀਤਾ। ਉਹਨਾਂ ਇਲਾਹੀ ਗਿਆਨ ਦਾ ਇੱਕ ਸੋਮਾ ਪ੍ਰਗਟ ਕੀਤਾ ਜਿਸ ਨੇ 230 ਸਾਲ ਪੰਜਾਬ ਦੀ ਧਰਤੀ ਉੱਤੇ ਰੂਹਾਨੀਅਤ ਦਾ ਪ੍ਰਚਾਰ ਕੀਤਾ। ਉਹ ਭੰਡਾਰ ਇੰਨਾ ਵੱਡਾ ਤੇ ਪ੍ਰਤੱਖ ਹੈ ਕਿ ਉਸ ਨੂੰ ਧਰਤੀ 'ਤੇ ਉਤਾਰਨ ਲਈ 10 ਜਾਮੇ ਲੱਗ ਗਏ। ਇਸ ਰੂਹਾਨੀਅਤ ਦਾ ਸਿਖਰ 10ਵੇਂ ਨਾਨਕ ਨੇ ਆਪਣੇ ਸਮੇਂ ਦਿਖਾਇਆ ਹੈ ਜੋ ਖਾਲਸਾ ਪੰਥ ਸਜਾਉਂਦੇ ਹਨ। ਇੱਕ ਸ਼ੁੱਧ ਅਤੇ ਪਵਿੱਤਰ ਸਮਾਜ ਜਿਸ 'ਚੋਂ ਮਨੁੱਖ ਦੀਆਂ ਨਿੱਜੀ ਨੈਤਿਕ ਕਦਰਾਂ ਕੀਮਤਾਂ ਬਹੁਤ ਉੱਚੀਆਂ ਹੋਣ ਤਾਂ ਜੋ ਵਿਚਾਰਧਾਰਕ ਪਤਨ ਕਦੇ ਵੀ ਸਮਾਜ ਦੀ ਕਾਰਜਕਾਲੀ 'ਚ ਪਤਨ ਨਾ ਲਿਆਵੇ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਅਨੁਸਾਰ 4 ਵਹਿਣ ਜਾਂ ਪੱਖ ਹਨ ਜਿਨ੍ਹਾਂ ਕਰਕੇ ਨਾਨਕ ਸੱਚ ਦਾ ਪੰਥ ਖਾਲਸਾ ਪੰਥ 'ਚ ਆ ਕੇ ਸੰਪੂਰਨ ਹੁੰਦਾ ਹੈ। ਪਹਿਲਾ ਵਹਿਣ ਹੈ ਦੈਵੀ ਨਿਰਾਕਾਰਤਾ ਦਾ ਵਹਿਣ, ਜਿਸ ਅਨੁਸਾਰ ਜੋ ਧਾਰਮਿਕ ਅਨੁਭਵ ਹੈ ਉਹ ਕਿਸੇ ਦੈਵਿਕ ਸੋਮੇ ਨਾਲ ਇਸ ਧਰਤੀ ਦੀ ਸਾਂਝ ਪਵਾਉਂਦਾ ਹੈ। ਅਕਾਲ ਪੁਰਖ ਦੇ ਘਰ ਵਿੱਚੋਂ ਕੋਈ ਪੈਗਾਮ ਲੋਕਾਈ ਨੂੰ ਦਿੱਤਾ ਜਾਂਦਾ ਹੈ ਕਿਸੇ ਪੈਗੰਬਰ ਦੁਆਰਾ। ਇਸ ਨਿਰਾਕਾਰਤਾ ਨੂੰ ਸਮਝਣ ਲਈ ਸਮਾਂ ਅਤੇ ਅਭਿਆਸ ਲੱਗਦਾ ਹੈ ਜੋ ਮਨੁੱਖੀ ਆਚਰਣ ਨੂੰ ਅਦਭੁਤ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਦੂਸਰਾ ਵਹਿਣ ਹੈ ਅਕਾਲ ਪੁਰਖ ਦੇ ਦੈਵੀ ਨਿਰਾਕਾਰਤਾ ਦੇ ਅਮਲ ਦੀ ਇਤਿਹਾਸਿਕ ਉਦਾਹਰਣ ਜੋ 10 ਪਾਤਸ਼ਾਹਾਂ ਨੇ ਆਪਣੇ ਰੂਪ ਅਤੇ ਜੀਵਨ 'ਚ ਵਿਚਰ ਕੇ ਵਿਖਾਈ। ਇਸ ਨਾਲ ਦਿਖਾਇਆ ਕਿ ਸ੍ਰੇਸ਼ਟ ਮਨੁੱਖ ਕਿਸ ਤਰ੍ਹਾਂ ਵਿਚਰਦੇ ਹਨ ਅਤੇ ਆਮ ਲੋਕਾਈ ਲਈ ਪ੍ਰੇਰਣਾ ਬਣੇ। ਤੀਸਰਾ ਵਹਿਣ ਹੈ ਜ਼ਫ਼ਰਨਾਮਾ ਜੋ ਕਿ ਮਹਿਬੂਬ ਸਾਹਿਬ ਅਨੁਸਾਰ 10 ਗੁਰੂਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ
ਸਮੇਂ ਦੀ ਸਰਕਾਰ ਨੂੰ ਦਿੱਤਾ ਅਤੇ ਇਸ ਨੂੰ ਲਿਖਤੀ ਰੂਪ 10ਵੇਂ ਪਾਤਸ਼ਾਹ ਨੇ ਦਿੱਤਾ। ਜ਼ਫ਼ਰਨਾਮਾ ਸਿੱਖ ਨਿਆਂ ਦਾ ਇੱਕ ਰੂਪ ਹੈ ਜਿਸ ਦਾ ਮਕਸਦ ਮਨੁੱਖ ਨੂੰ ਅਲੱਗ-ਅਲੱਗ ਸਟੇਟ ਸਟਰਕਚਰਸ ਨਾਲ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਸਥਾਪਿਤ ਧਿਰ ਨੂੰ ਸਮਝ ਸਕੇ। ਚੌਥਾ ਵਹਿਣ ਹੈ ਸੰਗਤ, ਜੋ ਕਿ ਗੁਰਮੁਖਾਂ ਦਾ ਇੱਕ ਇਕੱਠ ਹੈ। ਗੁਰੂ ਸਾਹਿਬ ਨੇ ਇੱਕ ਸ਼ਰਤ ਰੱਖੀ ਕਿ ਜੋ ਵੀ ਅਕਾਲ ਨੂੰ ਮਿਲਣਾ ਚਾਹੁੰਦਾ ਹੈ ਉਹ ਇਸੇ ਸੰਗਤ ਅਤੇ ਪੰਗਤ 'ਚ ਹੋ ਕੇ ਨਿਕਲੇ ਤਾਂ ਜੋ ਲੋੜ ਤੋਂ ਜ਼ਿਆਦਾ ਨਿੱਜਪੁਣੇ ਤੋਂ ਬਚਿਆ ਜਾ ਸਕੇ ਅਤੇ ਸਰਬ ਸਾਂਝੀਵਾਲਤਾ ਦਾ ਭਾਵ ਮਨੁੱਖ ਦੇ ਦਿਲ 'ਚ ਪੈਦਾ ਕੀਤਾ ਜਾ ਸਕੇ। ਇਹ ਨਾਨਕ ਸੱਚ 'ਚੋਂ ਨਿਕਲੇ ਹੋਏ 4 ਵਹਿਣ ਹਨ ਜੋ ਖਾਲਸਾ ਪੰਥ 'ਚ ਆ ਕੇ ਮਿਲਦੇ ਹਨ ਅਤੇ ਖਾਲਸਾ ਸਾਜਿਆ ਜਾਂਦਾ ਹੈ। ਖਾਲਸਾ ਸ਼ਬਦ ਬਣਿਆ ਹੈ ਖਾਲਸ ਤੋਂ ਅਤੇ ਉਸ ਦਾ ਅਰਥ ਹੈ ਸ਼ੁੱਧ ਜਾਂ ਸ੍ਰੇਸ਼ਟ, ਜਿਸ ਦਾ ਮਤਲਬ ਇੱਕ ਸ੍ਰੇਸ਼ਟ ਅਤੇ ਸ਼ੁੱਧ ਸਮਾਜ ਸਾਜਿਆ ਜਾਂਦਾ ਹੈ। ਸਿੱਖ ਫਲਸਫੇ 'ਚ 10 ਨਾਨਕਾਂ ਨੇ ਇਸੇ ਸਮਾਜ ਨੂੰ ਬਣਾਉਣ ਲਈ ਕਮਾਈ ਅਤੇ ਘਾਲਣਾ ਕੀਤੀ ਹੈ। ਗੁਰੂ ਨਾਨਕ ਨੇ 4 ਉਦਾਸੀਆਂ ਕੇਵਲ ਪ੍ਰਚਾਰ ਲਈ ਨਹੀਂ ਸਗੋਂ ਸੱਚਾ ਗੁਰਮੁਖ ਜਾਣੀ ਕਿ ਇੱਕ ਸ੍ਰੇਸ਼ਟ ਮਨੁੱਖ ਲੱਭਣ ਲਈ ਕੀਤੀਆਂ। ਜਦ ਉਹ ਸ੍ਰੇਸ਼ਟ ਮਨੁੱਖ ਉਹਨਾਂ ਨੂੰ 4 ਉਦਾਸੀਆਂ ਵਿੱਚ ਨਾ ਮਿਲਿਆ ਤਾਂ 9 ਨਾਨਕਾਂ ਨੇ ਸ੍ਰੇਸ਼ਟ ਗੁਰਮੁਖ ਸਾਜਣੇ ਸ਼ੁਰੂ ਕਰ ਦਿੱਤੇ ਅਤੇ ਸਮਾਂ ਆਉਂਦੇ 10ਵੇਂ ਨਾਨਕ ਨੇ ਸ੍ਰੇਸ਼ਟ ਗੁਰਮੁਖਾਂ ਦਾ ਇੱਕ ਸਮਾਜ ਸਾਜਿਆ ਅਤੇ ਉਸ ਨੂੰ ਆਪਣੇ ਚਿੰਨ੍ਹ ਅਤੇ ਰਹਿਤ ਬਖਸ਼ੀ। ਉਹਨਾਂ ਖਾਲਸੇ ਨੂੰ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦਾ ਸੰਕਲਪ ਦਿੱਤਾ ਅਤੇ ਇਸ ਤਰ੍ਹਾਂ ਜੜ ਤੋਂ ਇੱਕ ਸ੍ਰੇਸ਼ਟ ਮਨੁੱਖ ਬਣਾ ਕੇ ਕਦਰਾਂ ਕੀਮਤਾਂ 'ਚ ਉੱਚਾ ਅਤੇ ਖਾਲਸ ਸਮਾਜ ਸਿਰਜਿਆ। ਸਿੱਖ ਗੁਰੂਆਂ ਨੇ ਉਹ ਕੀਤਾ ਜੋ ਬਾਕੀ ਸੱਭਿਅਤਾਵਾਂ ਕਰਨ 'ਚ ਸਫਲ ਨਾ ਹੋ ਸਕੀਆਂ। ਇੱਕ ਅਜਿਹਾ ਵਿਚਾਰਧਾਰਕ ਢਾਂਚਾ ਦਿੱਤਾ ਜੋ ਕਿ ਦਾਗਹੀਣ ਹੈ ਅਤੇ ਸਮੇਂ ਦੇ ਚੱਲਦੇ ਵਹਿਣ 'ਚ ਵਿਚਾਰਧਾਰਕ ਪਤਨ ਦਾ ਸ਼ਿਕਾਰ ਨਹੀਂ ਹੋਵੇਗਾ। ਪੱਛਮ ਦੇ ਜੀਨੀਅਸ ਪਲੇਟੋ ਅਨੁਸਾਰ ਜਿਸ ਤਰ੍ਹਾਂ ਸ੍ਰੇਸ਼ਟ ਸਮਾਜ ਸ੍ਰੇਸ਼ਟ ਮਨੁੱਖ ਤੋਂ ਹੀ ਬਣ ਸਕਦਾ ਹੈ, ਉਸੇ ਤਰ੍ਹਾਂ ਦੋਨੋਂ ਫਲਸਫਿਆਂ 'ਚ ਇਹ ਇੱਕ ਸਮਾਨਤਾ ਹੈ। 10 ਗੁਰੂਆਂ ਨੇ ਸਭ ਤੋਂ ਪਹਿਲਾਂ ਉੱਤਮ ਵਿਚਾਰਧਾਰਾ ਨਾਲ ਮਨੁੱਖ ਨੂੰ ਗਿਆਨ ਦਿੱਤਾ ਅਤੇ ਫਿਰ ਸਮਾਜ ਸਿਰਜਿਆ। ਇਸੇ ਸਮਾਜ 'ਤੇ ਆਧਾਰਿਤ ਸਟੇਟਾਂ ਬਣਦੀਆਂ ਹਨ। ਅੱਗੇ ਜਾ ਕੇ ਖਾਲਸ ਸਮਾਜ 'ਤੇ ਆਧਾਰਿਤ ਬਣੀਆਂ ਸਟੇਟਾਂ ਬਹੁਤ ਪ੍ਰਾਪਤੀਆਂ ਕਰਦੀਆਂ ਹਨ ਅਤੇ ਅਨੇਕਾਂ ਮਿਸਾਲਾਂ ਬਣਾਉਂਦੀਆਂ ਹਨ। ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਦਬੇ ਕੁਚਲੇ ਲੋਕਾਂ ਲਈ ਸਰਬ ਸਾਂਝੀਵਾਲਤਾ ਵਾਲੇ ਰਾਜ ਬਣਾਉਂਦੇ ਹਨ ਅਤੇ ਕਈ 100 ਸਾਲ ਬਾਅਦ ਮੁਗਲ ਮਨਸਬਦਾਰਾਂ ਤੋਂ ਜ਼ਮੀਨਾਂ ਖੋਹ ਕੇ ਉਹਨਾਂ ਜ਼ਮੀਨਾਂ ਉੱਪਰ ਕੰਮ ਕਰਨ ਵਾਲੇ ਆਮ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵਾਪਸ ਕਰਦੇ ਹਨ। ਕਾਮਰੇਡ ਅਤੇ ਪੱਛਮ ਵਿਚਾਰਧਾਰਾ ਵਾਂਗ ਉਹ ਰਾਜ ਕੋਰਾ ਅਰਥਚਾਰੇ ਅਤੇ ਪੂੰਜੀਵਾਦ 'ਤੇ ਆਧਾਰਿਤ ਨਹੀਂ ਸੀ। ਇਸ ਅਰਥਚਾਰਕ ਕ੍ਰਾਂਤੀ ਨੂੰ ਸੇਧ ਦੇਣ ਲਈ 10 ਗੁਰੂਆਂ ਦੀ ਘਾਲ ਕਮਾਈ ਅਤੇ ਖਾਲਿਸ ਸਮਾਜ ਦੀ ਵਿਚਾਰਧਾਰਕ ਨਹੀਂ ਸੀ। ਇਸੇ ਕਾਰਨ ਇਹ ਰਾਜ ਕੁਝ ਸਮਾਂ ਬਾਅਦ ਵੀ ਆਮ ਲੋਕਾਈ ਲਈ ਜ਼ਾਲਮ ਨਹੀਂ ਬਣਦਾ, ਕਿਉਂਕਿ ਵਿਚਾਰਧਾਰਕ ਨੀਂਹ ਇੰਨੀ ਡੂੰਘੀ ਅਧਿਆਤਮਿਕਤਾ ਉੱਪਰ ਰੱਖੀ ਹੋਈ ਸੀ। ਖਾਲਸ ਸਮਾਜ ਦੇ ਦੁਸ਼ਮਣਾਂ ਨੇ ਅੰਦਰੂਨੀ ਅਤੇ ਬਾਹਰੀ ਹਮਲੇ ਕਰਕੇ ਹਰ ਚਾਲ ਚੱਲੀ ਇਸ ਸਮਾਜ ਨੂੰ ਢਾਹ ਲਾਉਣ ਲਈ, ਪਰ ਸੰਘਰਸ਼ ਤੋਂ ਬਾਅਦ ਫਿਰ ਉਸੇ ਤਰ੍ਹਾਂ ਸਮਾਜ ਸਿਰਜਿਆ ਗਿਆ ਮਹਾਰਾਜਾ ਰਣਜੀਤ ਸਿੰਘ ਵੱਲੋਂ। ਉਹ ਸਮਾਜ ਆਪਣੇ ਸਮੇਂ ਦੇ ਲਿਵਿੰਗ ਸਟੈਂਡਰਡਸ ਦੇ ਹਿਸਾਬ ਨਾਲ ਕਿਤੇ ਉੱਨਤ ਸੀ। ਸੂਝਵਾਨ ਮਨੁੱਖ ਨੇ ਸੂਝਵਾਨ ਸਮਾਜ ਅਤੇ ਸੂਝਵਾਨ ਰਾਜ ਦੀ ਸਥਾਪਨਾ ਕੀਤੀ। ਜਦ ਇਸੇ ਸਮਾਜ ਦੇ ਪੁਜਾਰੀ ਵਰਗ ਨੂੰ ਮਹੰਤਾਂ ਨੇ ਜਕੜ ਲਿਆ ਤਾਂ ਸਿੱਖਾਂ ਨੇ ਦੁਨੀਆ 'ਚ ਸਭ ਤੋਂ ਪਹਿਲੀਆਂ ਅਹਿੰਸਾ ਪ੍ਰਦਰਸ਼ਨਕਾਰੀ ਰੈਲੀਆਂ ਕੱਢੀਆਂ ਅਤੇ ਜਦ ਇਸੇ ਖਾਲਸ ਸਮਾਜ ਦੀ ਹੋਂਦ ਨੂੰ ਵਿਪਰਵਾਦ ਤੋਂ ਖਤਰਾ ਸੀ ਤਾਂ ਸਿੱਖਾਂ ਨੇ ਰਾਜ ਕਰੇਗਾ ਖਾਲਸਾ ਦੇ ਸਿਧਾਂਤ 'ਤੇ ਪਹਿਰਾ ਦਿੱਤਾ ਅਤੇ ਆਕੀ ਨਾ ਰਹਿਣ ਦਾ ਪ੍ਰਣ ਵੀ ਕੀਤਾ। ਵਿਪਰਵਾਦ ਖਾਲਸ ਸਮਾਜ ਦੇ ਉਲਟ ਹੈ। ਉਹ ਮਨੁੱਖ ਨੂੰ ਫੋਕੀ ਅਧਿਆਤਮਿਕਤਾ ਜੋ ਕਿ ਮੂਰਤੀ ਪੂਜਾ ਹੈ, ਦੇਹਧਾਰੀ ਗੁਰੂ ਜੋ ਕਿ ਡੇਰਾਵਾਦ ਹੈ ਅਤੇ ਇੱਕ ਰਾਸ਼ਟਰਵਾਦ ਦੀ ਵਿਚਾਰਧਾਰਾ ਅਤੇ ਜਾਤੀ ਭੇਦਭਾਵ 'ਚ ਫਸਾ ਕੇ ਸਮਾਜ ਨੂੰ ਪਲੀਤ ਕਰਦਾ ਹੈ। ਇਹ ਚਾਰੇ ਕਾਰਜ ਖਾਲਸੇ ਦੇ ਬੁਨਿਆਦੀ ਸਿਧਾਂਤਾਂ ਦੀ ਪ੍ਰਤੱਖ ਰੂਪ 'ਚ ਵਿਰੋਧਤਾ ਕਰਦੇ ਹਨ। ਇਸੇ ਵਿਰੋਧਤਾ ਨੂੰ ਪਛਾਣਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਤੇ ਖਾਲਸਾ ਸਮਾਜ ਦੀ ਰਾਖੀ ਲਈ ਬਿਪਰ ਨਾਲ ਜੰਗ ਛੇੜ ਦਿੱਤੀ। ਉਹ ਵੀ ਜ਼ਫ਼ਰਨਾਮੇ ਦੀ ਸਿਧਾਂਤਿਕ ਮਹੱਤਤਾ 'ਚੋਂ ਪ੍ਰੇਰਨਾ ਲੈਂਦੇ ਹਨ ਅਤੇ ਜੰਗ ਕਰਦੇ ਹਨ। ਸੰਤਾਂ ਨੇ ਸਭ ਮਨੁੱਖਾਂ ਨੂੰ ਖਾਲਸੇ ਬਣਨ ਲਈ ਪ੍ਰੇਰਿਤ ਕੀਤਾ, ਖੰਡੇ ਬਾਟੇ ਦੀ ਪਹੁਲ ਲੈਣ ਲਈ ਕਿਹਾ ਅਤੇ ਅਹਿਸਾਸ ਕਰਵਾਇਆ ਕਿ ਕਿਸ ਤਰ੍ਹਾਂ ਵਿਪਰਵਾਦ ਤੋਂ ਖਾਲਸ ਸਮਾਜ ਨੂੰ ਖਤਰਾ ਹੈ। ਬਿਪਰ ਨੇ ਪੱਛਮ ਦੇ ਨਕਾਰੇ ਹੋਏ ਸਿਧਾਂਤ ਰਾਸ਼ਟਰਵਾਦ ਨੂੰ ਚੁੱਕ ਕੇ ਇੱਕ ਦੇਸ਼, ਇੱਕ ਭਾਸ਼ਾ ਅਤੇ ਇੱਕ ਧਰਮ ਦਾ ਸਹਾਰਾ ਲਿਆ ਅਤੇ ਨਾਅਰਾ ਲਾਇਆ ਇਸੇ ਇੱਕ ਦੇਸ਼, ਇੱਕ ਭਾਸ਼ਾ ਅਤੇ ਇੱਕ ਧਰਮ ਦਾ। ਇਹ ਨਾਨਕ ਸੱਚ ਦੀ ਵਿਰੋਧਤਾ ਸੀ।
ਖਾਲਸ ਸਮਾਜ 'ਚੋਂ ਵਿਲੱਖਣਤਾ ਦੀ ਇੱਜ਼ਤ ਕੀਤੀ ਜਾਂਦੀ ਹੈ, ਨਾ ਕਿ ਵਿਭਰਵਾਦ ਵਾਂਗ ਉਸ ਨੂੰ ਖਤਮ ਕੀਤਾ ਜਾਂਦਾ ਹੈ। ਜਦ ਇਸੇ ਨਕਲੀ ਇਕਸੁਰਤਾ ਦਾ ਵਿਰੋਧ ਹੋਇਆ ਤਾਂ ਸਟੇਟ ਨੇ 1984 ਵਿੱਚ ਸਾਕਾ ਵਰਤਾ ਕੇ ਸਿੱਖ ਸੁਰਤੀ ਨੂੰ ਜ਼ਖਮੀ ਕਰ ਦਿੱਤਾ ਅਤੇ ਅਤਿਆਚਾਰ ਅਤੇ ਡਰ ਦਾ ਸਹਾਰਾ ਲੈ ਕੇ ਮੁੱਖ ਧਾਰਾ 'ਚ ਮਿਲਾਉਣ ਦੀ ਕੋਸ਼ਿਸ਼ ਕੀਤੀ। ਖਾਲਸ ਸਮਾਜ ਧਾਰਾ ਨੂੰ ਫਿਰ ਗੁਰੂ ਸਾਹਿਬ ਦੀਆਂ ਕਦਰਾਂ ਕੀਮਤਾਂ ਉੱਪਰ ਚੱਲਦਿਆਂ ਇੱਕ ਖਾਲਸ ਸਮਾਜ ਖਾਲਿਸਤਾਨ ਬਣਾਉਣ ਲਈ ਖਾਲਸ ਪੁਰਸ਼ਾਂ ਨੇ ਸੰਘਰਸ਼ ਆਰੰਭ ਕੀਤਾ। ਸੰਘਰਸ਼ ਕਰਨ ਵਾਲੇ ਯੋਧਿਆਂ ਦਾ ਵਿਚਾਰਧਾਰਕ ਅਤੇ ਅਧਿਆਤਮਕ ਪੱਖ ਬਹੁਤ ਮਜ਼ਬੂਤ ਸੀ ਅਤੇ ਉਹਨਾਂ ਖਾਲਿਸਤਾਨ ਨੂੰ ਇੱਕ ਰਾਜਨੀਤਿਕ ਇਕਾਈ ਦੇ ਰੂਪ ਵਿੱਚ ਭੂਗੋਲ ਦੇ ਨਕਸ਼ੇ ਉੱਪਰ ਸਥਾਪਿਤ ਕਰਨ ਦਾ ਯਤਨ ਕੀਤਾ। ਇੱਕ ਅਜਿਹਾ ਰਾਜਨੀਤਿਕ ਢਾਂਚਾ ਜੋ 10 ਪਾਤਸ਼ਾਹਾਂ ਦੀ ਸਿੱਖਿਆਵਾਂ ਉੱਤੇ ਆਧਾਰਿਤ ਹੋਵੇ ਅਤੇ ਅਕਾਲ ਦੇ ਪੁਜਾਰੀਆਂ ਦਾ ਘਰ ਹੋਵੇ। ਖਾਲਿਸਤਾਨ ਖਾਲਸੇ 'ਚੋਂ ਪ੍ਰਗਟ ਹੁੰਦਾ ਹੈ ਅਤੇ ਖਾਲਸਾ ਖਾਲਸ ਮਨੁੱਖ ਜੋ ਕਿ ਪਲੂਟੋ ਦਾ ਗਿਆਨ ਹੈ ਉਸ ਉੱਤੇ ਵੀ ਆਧਾਰਿਤ ਹੈ। ਇਹੀ ਖਾਲਿਸਤਾਨ ਪਲੇਟੋ ਦੇ ਆਈਡੀਅਲ ਸਟੇਟ ਦੇ 4 ਧੁਰਿਆਂ ਨੂੰ ਵੀ ਦਰਸਾਉਂਦਾ ਹੈ। ਉਹ ਧੁਰੇ ਹਨ ਗਿਆਨ, ਹਿੰਮਤ, ਅਨੁਸ਼ਾਸਨ ਅਤੇ ਨਿਆਂ। ਪਲੇਟੋ ਅਨੁਸਾਰ ਇਹ 4 ਮੁੱਖ ਗੁਣ ਹਨ ਇੱਕ ਸਮਾਜ ਜਾਂ ਸਟੇਟ ਨੂੰ ਇੱਕ ਆਈਡੀਅਲ ਸਟੇਟ ਕਹਿਲਾਉਣ ਦੇ ਲਈ। ਯਕੀਨਨ ਇਹ ਸਾਰੇ ਗੁਣ ਖਾਲਸ ਸਮਾਜ ਦੇ ਮੁੱਢਲੇ ਗੁਣਾਂ ਦੇ ਵਿੱਚੋਂ ਇੱਕ ਹਨ। ਅਸਲ ਵਿੱਚ ਖਾਲਿਸਤਾਨ ਦੀ ਸਥਾਪਤੀ ਰਾਜਨੀਤਿਕ ਇਕਾਈ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਰ ਵਿਖਾਈ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਕੀਤੀ। ਜੇਕਰ ਇੱਕ ਮਨੁੱਖ 10 ਪਾਤਸ਼ਾਹਾਂ ਦੀ ਕਦਰਾਂ ਕੀਮਤਾਂ 'ਚੋਂ ਪ੍ਰੇਰਨਾ ਲਵੇ ਅਤੇ ਖਾਲਸਾ ਪੰਥ 'ਚ ਸ਼ਾਮਿਲ ਹੋ ਜਾਵੇ ਤਾਂ ਉਹ ਖੁਦ ਖਾਲਸਾ ਬਣ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਉਹ ਇੱਕ ਖਾਲਸ ਮਨੁੱਖ ਬਣ ਸਕਦਾ ਹੈ। ਲੋੜ ਹੈ ਉਹਨਾਂ ਖਾਲਸ ਮਨੁੱਖਾਂ ਦਾ ਇੱਕ ਰਾਜਨੀਤਿਕ ਢਾਂਚਾ ਤਿਆਰ ਕਰਨ ਦੀ ਜੋ ਸਿੱਖਾਂ ਵੱਲੋਂ ਪਹਿਲਾਂ ਵੀ ਕਈ ਵਾਰ ਕੀਤਾ ਜਾ ਚੁੱਕਾ ਹੈ। ਖਾਲਸੇ ਵਿੱਚੋਂ ਹੀ ਖਾਲਿਸਤਾਨ ਪ੍ਰਗਟ ਹੋਵੇਗਾ। ਖਾਲਿਸਤਾਨ ਜਾਂ ਸਰਬ ਉੱਚ ਸਮਾਜ ਦੀ ਨੀਂਹ 10 ਪਾਤਸ਼ਾਹਾਂ ਨੇ ਆਪ ਰੱਖੀ, ਜੋ ਕਿ ਸਿੱਖਾਂ ਦੀ ਮਾਡਰਨ ਵਰਲਡ ਵਿੱਚ ਰਾਜਨੀਤਿਕ ਮੰਜ਼ਿਲ ਵੀ ਹੈ। ਪਰ ਇਸ ਖਾਲਿਸਤਾਨ ਲਈ ਖਾਲਸ ਮਨੁੱਖ ਓਨੇ ਹੀ ਜ਼ਰੂਰੀ ਹਨ ਜਿੰਨਾ ਰਾਜਨੀਤਿਕ ਢਾਂਚਾ ਜ਼ਰੂਰੀ ਹੈ। ਇਹ ਖਾਲਿਸਤਾਨ ਦੁਨੀਆ ਭਰ ਦੇ ਮੁਲਕਾਂ ਅਤੇ ਸੱਭਿਅਤਾਵਾਂ ਲਈ ਇੱਕ ਪ੍ਰੇਰਨਾ ਮਾਡਲ ਹੋਵੇਗਾ, ਜਿਸ ਨੂੰ ਦੇਖ ਅਨੇਕਾਂ ਖਾਲਸ ਸਮਾਜ ਸਿਰਜੇ ਜਾ ਸਕਣਗੇ। ਇਸ ਤਰ੍ਹਾਂ ਗੁਰੂ ਨਾਨਕ ਅਤੇ 10 ਗੁਰੂਆਂ ਵੱਲੋਂ ਦਿੱਤੇ ਗਿਆਨ ਨਾਲ ਸਾਰੀ ਮਨੁੱਖੀ ਜਾਤੀ ਦਾ ਕਲਿਆਣ ਹੋਵੇਗਾ ਅਤੇ ਮਨੁੱਖ ਸੱਭਿਅਕ ਸ੍ਰੇਸ਼ਟਤਾ ਪ੍ਰਾਪਤ ਕਰ ਸਕੇਗਾ। ਸੱਭਿਅਕ ਸ੍ਰੇਸ਼ਟਤਾ ਜੋ ਕਿ ਖਾਲਸਾ ਪੰਥ ਦਾ ਬੁਨਿਆਦੀ ਨਿਯਮ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਕਲਚਰਲ ਐਵੋਲਿਊਸ਼ਨ ਦਾ ਸਿਖਰ ਵੀ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਬੁੱਧ ਦੀ ਅਧਿਆਤਮਿਕਤਾ ਗੁਰੂ ਨਾਨਕ 'ਚ ਆ ਕੇ ਪੂਰੀ ਹੁੰਦੀ ਹੈ ਅਤੇ ਗੁਰੂ ਨਾਨਕ ਦਾ ਫਲਸਫਾ ਗੁਰੂ ਗੋਬਿੰਦ ਸਿੰਘ 'ਚ ਆ ਕੇ ਸੰਪੂਰਨ ਹੁੰਦਾ ਹੈ, ਉਸੇ ਤਰ੍ਹਾਂ ਪਲੇਟੋ ਦਾ ਪਰਫੈਕਟ ਸਟੇਟ ਜਾਂ ਆਈਡੀਅਲ ਸੁਸਾਇਟੀ ਦਾ ਸੰਕਲਪ ਖਾਲਿਸਤਾਨ 'ਚ ਆ ਕੇ ਸੰਪੂਰਨ ਹੁੰਦਾ ਹੈ। ਧੰਨਵਾਦ।